ਸੋ ਜੇ ਤੁਸੀਂ ਪਹਿਲੇ ਸਟੈਪਸ ਵੀ ਜ਼ਿੰਦਗੀ ਦੇ ਲੈਣੇ ਸ਼ੁਰੂ ਕੀਤੇ ਸੀ, ਤੁਹਾਡਾ ਪਹਿਲਾ ਕੋਈ ਗੁਰੂ ਰਿਹਾ ਹੋਣਾ ਹੈ। ਸੋ ਜ਼ਿੰਦਗੀ ਜੀਣ ਵਾਸਤੇ ਇੱਕ ਇਹੋ ਜਿਹੀ ਜੇ ਕਲਾ ਨੂੰ ਇੰਨੀ ਵੱਡੀ ਕਲਾ ਨੂੰ ਜੀਣਾ ਹੈ ਕਿ ਉਹਦੇ ਵਾਸਤੇ ਇੱਕ ਸਟਰਕਚਰਡ ਵੇ ਦੇ ਵਿੱਚ ਕੋਈ ਨਾ ਕੋਈ ਗਾਈਡ ਤਾਂ ਹੋਣਾ ਚਾਹੀਦਾ। ਦੇयर इज़ ਮੋਰ ਟੂ ਲਾਈਫ ਦੈਨ ਵਟ ਵੀ ਸੀ ਦੈਨ ਹਾਊ ਵੀ ਲਿਵ ਇਟ। ਤੁਹਾਡਾ ਸ਼ਿਸ਼ਾ ਬਣਨਾ ਪਹਿਲਾਂ ਜ਼ਿਆਦਾ ਜ਼ਰੂਰੀ ਹੈ। ਜਿੱਦਣ ਤੁਸੀਂ ਕਹੋਗੇ ਕਿ ਹਾਂ ਆਈ ਐਮ ਰੈਡੀ ਐਜ਼ ਅ ਸ਼ਿਸ਼ਾ, ਫਿਰ ਗੁਰੂ ਆਪਣੇ ਆਪ ਕਿਤੇ ਨਾ ਕਿਤੇ ਮੈਨੀਫੈਸਟ ਹੁੰਦਾ। ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਸ਼ਮੀਨ ਕੌਰ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਅੱਜ ਅਸੀਂ ਲੈ ਕੇ ਆਏ ਇੱਕ ਖਾਸ ਐਪੀਸੋਡ ਜਿਸ ਵਿੱਚ ਸਾਡੇ ਨਾਲ ਜੁੜੇ ਨੇ ਰਵੀ ਵਿਰਕ ਜੀ। ਜੀ ਹਾਂ, ਰਵੀ ਵਿਰਕ ਜੋ ਕਿ ਪਿਛਲੇ 30 ਸਾਲਾਂ ਤੋਂ ਸ਼ਾਇਦ ਕੈਨੇਡਾ ਵਿੱਚ ਰਹਿ ਰਹੇ ਨੇ, ਬਟ ਪਿਛਲੇ 20 ਸਾਲਾਂ ਤੋਂ ਇੱਕ AOL ਯਾਨੀ ਕਿ ਆਰਟ ਆਫ ਲਿਵਿੰਗ ਨਾਮ ਦੀ ਸੰਸਥਾ ਨਾਲ ਜੁੜੇ ਹੋਏ ਨੇ। He volunteers for it, he organizes seminars, speaks on lectures and guides the youth and all ages in the country. ਅੱਜ ਅਸੀਂ ਉਹਨਾਂ ਤੋਂ ਜਾਣਾਂਗੇ ਕਿ ਉਹ ਕੀ ਕਰਦੇ ਨੇ, ਕਿਸ ਤਰ੍ਹਾਂ ਕਰਦੇ ਨੇ, ਉਹਨਾਂ ਦੀ ਫਾਊਂਡੇਸ਼ਨ ਕੀ ਕਹਿਣਾ ਚਾਹ ਰਹੀ ਹੈ। ਆਓ ਉਹਨਾਂ ਤੋਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਰਵੀ ਜੀ। ਸਤਿ ਸ਼੍ਰੀ ਅਕਾਲ ਰਸ਼ਮੀਨ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਥੈਂਕ ਯੂ। ਜਿਵੇਂ ਕਿ ਅਸੀਂ ਆਲਰੇਡੀ ਦੱਸ ਚੁੱਕੇ ਹਾਂ ਕਿ ਫਸਟ ਆਫ ਆਲ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕਿ ਹੂ ਆਰ ਯੂ, ਤੁਸੀਂ ਕੀ ਕਰਦੇ ਹੋ, ਤੁਹਾਡੀ AOL ਯਾਨੀ ਕਿ ਆਰਟ ਆਫ ਲਿਵਿੰਗ ਫਾਊਂਡੇਸ਼ਨ ਕੀ ਹੈ, ਥੋੜਾ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਦੱਸੋ। ਜੀ ਸੋ ਮੈਂ ਆਰਟ ਆਫ ਲਿਵਿੰਗ ਫਾਊਂਡੇਸ਼ਨ ਨਾਲ ਪਿਛਲੇ ਆਲਮੋਸਟ 20 ਸਾਲ ਤੋਂ ਜੁੜਿਆ ਹੋਇਆ। ਸੋ ਪ੍ਰੋਫੈਸ਼ਨਲੀ ਸਪੀਕਿੰਗ ਮੈਂ ਇੱਕ ਬਿਜ਼ਨਸ ਕੰਸਲਟੈਂਟ ਹਾਂ ਔਰ ਉਸ ਤੋਂ ਪਹਿਲਾਂ ਇੰਡੀਆ ਤੋਂ ਮੈਂ ਇੰਜੀਨੀਅਰ ਸੀਗਾ ਤੇ ਇੱਥੇ ਪ੍ਰੋਜੈਕਟ ਮੈਨੇਜਮੈਂਟ ਦੇ ਵਿੱਚ ਮੈਂ ਕਾਫੀ ਕੰਮ ਕੀਤਾ ਕਾਰਪੋਰੇਟਸ ਹਾਊਸਿਸ ਦੇ ਵਿੱਚ, ਇੰਡੀਆ, ਕੈਨੇਡਾ, ਸਿੰਗਾਪੁਰ ਇਹੋ ਜਿਹੀ ਕੰਟਰੀਜ਼ ਕੰਮ ਕੀਤਾ। ਸੋ ਮੇਰੀ ਮਟੀਰੀਅਲ ਲਾਈਫ ਜਿਹੜੀ ਉੱਦਾਂ ਰਹੀ ਹੈ, ਪਰ ਕਿਤੇ ਨਾ ਕਿਤੇ ਮੈਂ ਟੈਕਨੀਕਲੀ ਸਕਸੈਸਫੁਲ ਹੁੰਦੇ ਹੋਏ ਵੀ ਮੈਂ ਆਲਮੋਸਟ ਕਿਤੇ ਬਰਨਟ ਆਊਟ ਫੀਲ ਕਰ ਰਿਹਾ ਸੀਗਾ। ਸੋ ਮੈਨੂੰ ਲੱਗਦਾ ਸੀਗਾ ਕਿ ਮੇਰੇ ਅੰਦਰ ਕੁਛ ਨਾ ਕੁਛ ਕਿਤੇ ਥੁੜਿਆ ਹੋਇਆ ਜਿਹੜਾ ਮੈਂ ਲੱਭਦਾ ਸੀਗਾ। ਸੋ ਮੇਰੇ ਇੱਕ ਮੈਂਟਰ ਸੀਗੇ ਜਿਹੜੇ ਮੈਨੂੰ ਮਿਲੇ ਅੱਜ ਤੋਂ ਆਲਮੋਸਟ 20 ਸਾਲ ਪਹਿਲਾਂ, ਅਤੇ ਮੈਂ ਉਹਨਾਂ ਦੇ ਨਾਲ ਜੁੜਿਆ। ਉਹਨਾਂ ਨੇ ਮੈਨੂੰ ਥੋੜ੍ਹਾ ਜਿਹਾ ਗਾਈਡ ਕੀਤਾ ਅਤੇ ਹੌਲੀ ਹੌਲੀ ਫਿਰ ਮੈਂ ਆਰਟ ਆਫ ਲਿਵਿੰਗ ਦੀ ਜਿਹੜੀਆਂ ਕਈ ਐਕਟੀਵਿਟੀਜ਼ ਨੇ, ਕਈ ਵਰਕਸ਼ਾਪਸ ਨੇ ਉਹ ਅਟੈਂਡ ਕੀਤੀਆਂ ਅਤੇ ਅੰਦਰ ਆਪਣੇ ਆਪ ਨਾਲ ਜੁੜਨਾ ਸ਼ੁਰੂ ਹੋਇਆ। ਸੋ ਕਈ ਲੋਕ ਕਹਿੰਦੇ ਨੇ ਕਿ ਵੀ ਇਹ ਤੁਸੀਂ ਇਸ ਸਪਿਰਿਚੁਅਲ ਵਰਲਡ 'ਚ ਚਲੇ ਗਏ ਨੇ। ਇਨਫੈਕਟ ਮੇਰੇ ਜਿਹੜੇ ਪੁਰਾਣੇ ਦੋਸਤ ਨੇ ਉਹ ਤਾਂ ਮੈਨੂੰ ਕਹਿੰਦੇ ਨੇ ਕਿ ਸੁਣਿਆ ਤੂੰ ਬਾਬਾ ਬਣ ਗਿਆ। ਐਸੀ ਕੋਈ ਗੱਲ ਨਹੀਂ ਹੈਗੀ ਕੋਈ ਬਾਬੇ ਵਾਲੀ। ਮੈਂ ਹਜੇ ਵੀ ਉੱਦਾਂ ਦੀ ਲਾਈਫ ਲੀਡ ਕਰ ਰਿਹਾ, ਸਗੋਂ ਜ਼ਿਆਦਾ ਐਨਰਿਚਡ ਲਾਈਫ ਲੀਡ ਕਰ ਰਿਹਾ। ਅਸੀਂ ਹਮੇਸ਼ਾ ਕੰਪਾਰਟਮੈਂਟਲਾਈਜ਼ ਕਰ ਲੈਂਦੇ ਹਾਂ ਕਿ ਵੀ ਇੱਕ ਮਟੀਰੀਅਲ ਲਾਈਫ ਹੈ ਅਤੇ ਇੱਕ ਸਪਿਰਿਚੁਅਲ ਲਾਈਫ ਹੈ, ਬਟ ਅਸੀਂ ਸਾਰੇ ਕਿਤੇ ਨਾ ਕਿਤੇ ਸਪਿਰਿਚੁਅਲ ਵਰਲਡ ਦੇ ਵਿੱਚ ਰਹਿੰਦੇ ਹਾਂ, ਪਰ ਸਾਡੀ ਅਵੇਅਰਨੈਸ ਨਹੀਂ ਹੁੰਦੀ। ਸੋ ਮੇਰਾ ਬਸ ਇੰਨਾ ਕੁ ਰਿਹਾ ਕਿ ਮੈਂ ਸਪਿਰਿਚੁਅਲ ਵਰਲਡ ਨੂੰ ਥੋੜ੍ਹਾ ਜਿਹਾ ਅਵੇਅਰਨੈਸ ਦੇ ਨਾਲ ਜ਼ਿਆਦਾ ਉਹਦੇ 'ਚ ਕੋਸ਼ਿਸ਼ ਕੀਤੀ ਉਹਨੂੰ ਜੁੜਨ ਦੀ, ਅਤੇ ਉਹਦੇ ਬਹੁਤ ਫਾਇਦੇ ਵੀ ਹੋਏ ਨੇ। ਔਰ ਇਸ ਕਰਕੇ ਮੈਂ ਇਸ ਸੰਸਥਾ ਦੇ ਨਾਲ ਆਰਟ ਆਫ ਲਿਵਿੰਗ ਦੇ ਨਾਲ ਜੁੜ ਕੇ ਅਤੇ ਵੋਲੰਟੀਅਰ ਵਰਕ ਕਾਫੀ ਕਰ ਰਿਹਾ। ਸੋ ਮੈਂ 2009 ਤੋਂ ਆਰਟ ਆਫ ਲਿਵਿੰਗ ਦਾ ਟੀਚਰ ਵੀ ਹਾਂ। ਡਿਫਰੈਂਟ ਵਰਕਸ਼ਾਪਸ ਜਿਹੜੀਆਂ ਨੇ ਉਹਨਾਂ ਨੂੰ ਟੀਚ ਕਰਦਾ। ਇੰਡੀਆ 'ਚ ਕਾਫੀ ਟੀਚ ਕੀਤਾ, ਹਾਲਾਂਕਿ ਕੈਨੇਡੀਅਨ ਹੁੰਦੇ ਹੋਏ ਮੈਂ ਇੰਡੀਆ ਜਾ ਕੇ ਟੀਚ ਕਰਦਾ ਰਿਹਾ। ਇੱਥੇ ਵੀ ਮੈਂ ਕਰਦਾ, ਇੱਥੇ ਸਰੀ ਦੇ ਵਿੱਚ, ਵੈਂਕੂਵਰ ਦੇ ਵਿੱਚ। So there is a balance that I've done a lot of effort to bring in my life, and spirituality, or you may say Art of Living Foundation's workshops and the seva projects that we have taken, that ਉਹਨਾਂ ਨਾਲ ਕਾਫੀ ਹੈਲਪ ਹੋਈ ਹੈ। ਜੀ ਮਤਲਬ ਇੱਕ ਕਨੈਕਸ਼ਨ ਜਿਹੜਾ ਹੈ ਉਹ ਬਿਲਡ ਕਰਨ ਦੇ ਲਈ ਸਪਿਰਿਚੁਅਲ ਹੋਣਾ ਬਹੁਤ ਜ਼ਰੂਰੀ ਹੈ। ਅਗੇਨ ਜੇ ਆਪਾਂ ਇਫ ਵੀ ਟਰਨ ਗੋ ਬੈਕ ਟੂ ਦ ਸੇਮ ਕੁਐਸਚਨ ਅਗੇਨ, ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਜੋ ਇਹ ਆਰਟ ਆਫ ਲਿਵਿੰਗ ਫਾਊਂਡੇਸ਼ਨ ਹੈ, ਆਪਾਂ ਸਪਿਰਿਚੁਅਲਿਟੀ ਦੇ ਬਾਰੇ ਗੱਲ ਕਰ ਲਈ ਜੀ, ਥੋੜਾ ਜਿਹਾ ਆਪਾਂ ਇਹਨੂੰ ਐਕਸਪਲੇਨ ਕਰੀਏ ਕਿ ਹਾਊ ਦਿਸ ਫਾਊਂਡੇਸ਼ਨ ਇਜ਼ ਹੈਲਪਿੰਗ ਪੀਪਲ ਕਨੈਕਟ ਟੂ ਦੈਮਸੈਲਵਸ। ਰਾਈਟ। ਉਹ ਕੀ ਵੇਜ਼ ਨੇ, ਕੀ ਪ੍ਰੈਕਟਿਸਿਸ ਨੇ ਐਸੀਆਂ ਜੋ ਤੁਸੀਂ ਕਰਾ ਰਹੇ ਹੋ ਫॉर द ਬੈਟਰਮੈਂਟ ਆਫ ਦੀ ਕਮਿਊਨਿਟੀ। ਜੀ ਸੋ ਆਰਟ ਆਫ ਲਿਵਿੰਗ ਜਿਹੜੀ ਹੈ ਉਹਨਾਂ ਦੇ ਜਿਹੜੇ ਮੇਨ ਫਾਊਂਡਰ ਨੇ ਉਹ ਸ਼੍ਰੀ ਰਵੀ ਸ਼ੰਕਰ ਜੀ। ਉਹਨਾਂ ਨੇ ਮਿਡ 80s ਦੇ ਵਿੱਚ ਇਹ ਫਾਊਂਡੇਸ਼ਨ ਸ਼ੁਰੂ ਕੀਤੀ ਸੀਗੀ। ਇਹਦਾ ਹੈੱਡਕੁਆਟਰਸ ਬੈਂਗਲੌਰ 'ਚ ਹੈ, ਪਰ ਨਾਰਥ ਅਮਰੀਕਾ 'ਚ ਉਹਨਾਂ ਦਾ ਜਿਹੜਾ ਮੇਨ ਆਸ਼ਰਮ ਸੀਗਾ ਪਹਿਲਾਂ ਉਹਨਾਂ ਨੇ ਅਗੇਨ 80s ਦੇ ਵਿੱਚ ਮੌਂਟਰੀਅਲ ਦੇ ਕੋਲ ਸ਼ੁਰੂ ਕੀਤਾ ਸੀਗਾ। ਫਿਰ ਅੱਜ ਕੱਲ੍ਹ ਅਮਰੀਕਾ ਦੇ ਵਿੱਚ ਬੂਨ ਇੱਕ ਸ਼ਹਿਰ ਹੈਗਾ ਨਾਰਥ ਕੈਰੋਲਾਈਨਾ ਦਾ, ਉਹਦੇ ਵਿੱਚ ਉਹਨਾਂ ਦਾ ਅਮਰੀਕਨ ਹੈੱਡਕੁਆਟਰ, ਜਨਮਨ ਆਸ਼ਰਮ ਇਹਨਾਂ ਦਾ ਜਿਹੜਾ ਹੈਗਾ ਉਹ ਵੀ ਹੈਗਾ। ਸੋ ਬੇਸਿਕਲੀ ਆਲਮੋਸਟ 160 ਕੰਟਰੀਜ਼ ਦੇ ਵਿੱਚ ਪ੍ਰੈਜ਼ੈਂਸ ਹੈਗੀ ਹੈ। ਆਲਮੋਸਟ 300 ਮਿਲੀਅਨ ਪੀਪਲ ਨੂੰ ਅਸੀਂ ਮਤਲਬ ਵੋਲੰਟੀਅਰ ਬੇਸ ਆਰਗੇਨਾਈਜੇਸ਼ਨ ਅਤੇ ਵੋਲੰਟੀਅਰਸ ਨੇ ਹੀ ਜਾ ਕੇ ਮਤਲਬ ਆਊਟਰੀਚ ਕੀਤੀ ਆਲਮੋਸਟ ਮਿਲੀਅਨਸ ਆਫ ਪੀਪਲ। ਸੋ ਮੇਨ ਇਹਦਾ ਆਬਜੈਕਟਿਵ ਕੀ ਹੈ, ਜੋ ਸਾਡੇ ਫਾਊਂਡਰ ਸੀਗੇ ਉਹਨਾਂ ਦਾ ਜਿਹੜਾ ਮਿਸ਼ਨ ਸੀਗਾ ਉਹ ਇਹ ਸੀਗਾ ਕਿ ਵੀ ਹਰ ਇਨਸਾਨ ਦੇ ਚਿਹਰੇ ਦੇ ਉੱਤੇ ਇੱਕ ਹੱਸੀ ਹੋਣੀ ਚਾਹੀਦੀ ਹੈ, ਅਤੇ ਉਹਦੇ ਵਾਸਤੇ ਇੱਕ ਡਿਜ਼ੀਜ਼ ਫਰੀ ਬੋਡੀ ਜ਼ਰੂਰੀ ਹੈ, ਇੱਕ ਸਟ੍ਰੈਸ ਫਰੀ ਮਾਈਂਡ ਜ਼ਰੂਰੀ ਹੈ, ਅਤੇ ਕਿਊਅਰ ਫਰੀ ਬ੍ਰੈਥ ਜ਼ਰੂਰੀ ਹੈ, ਅਤੇ ਜਿਹੜੀ ਕਮਿਊਨਿਟੀ ਦੇ ਵਿੱਚ ਰਵੇ, ਜਿਹੜੀ ਆਰਗੇਨਾਈਜੇਸ਼ਨ 'ਚ ਰਵੇ, ਜਿੱਥੇ ਵੀ ਜਿਹੜੇ ਪਰਿਵਾਰ 'ਚ ਵੀ ਰਵੇ, ਉਹ ਜਿਹੜਾ ਉਹ ਵਾਇਲੈਂਸ ਫਰੀ ਹੋਵੇ,
ਸੋ ਇਹ ਉਹਨਾਂ ਦਾ ਮਿਸ਼ਨ ਸੀਗਾ। ਸੋ ਉਸ ਮਿਸ਼ਨ ਨੂੰ ਲੈ ਕੇ ਚੱਲਦੇ ਹੋਏ ਇਹਨਾਂ ਦਾ ਜਿਹੜਾ ਸਾਡਾ ਆਪਣਾ ਮੇਨ ਤਰੀਕਾ ਹੈ ਇਸ ਨੂੰ ਅੱਗੇ, ਇਸ ਮਿਸ਼ਨ ਨੂੰ ਅੱਗੇ ਲਿਜਾਣ ਦਾ, ਉਹ ਹੈਗਾ ਵਰਕਸ਼ਾਪਸ ਦਾ। ਸੋ ਅਸੀਂ ਪ੍ਰੈਕਟੀਕਲ ਲੈਵਲ 'ਤੇ ਲੋਕਾਂ ਨੂੰ ਟੀਚ ਕਰਦੇ ਹਾਂ ਹਾਊ ਟੂ ਲਿਵ ਦੇਅਰ ਲਾਈਫ। ਸੋ ਸੰਸਥਾ ਦਾ ਨਾਮ ਹੀ ਜਿਹੜਾ ਹੈਗਾ ਆਰਟ ਆਫ ਲਿਵਿੰਗ, ਇਟਸ ਨਾਟ ਸਾਇੰਸ ਆਫ ਲਿਵਿੰਗ, ਇਟ ਇਜ਼ ਆਰਟ ਸਮਵੇਅਰ ਦੈਟ ਯੂ ਹੈਵ ਟੂ ਮਾਸਟਰ, ਰਾਈਟ। ਬਟ ਉਹਦੇ ਵਾਸਤੇ ਬੇਬੀ ਸਟੈਪਸ ਲੈਣੇ ਪੈਂਦੇ ਨੇ, ਛੋਟੇ ਛੋਟੇ ਸਟੈਪਸ ਲੈਣੇ ਪੈਂਦੇ ਨੇ। ਇੱਕ ਅੱਛਾ ਪਰਿਵਾਰ ਤੁਹਾਡੇ ਆਸ-ਪਾਸ ਹੋਵੇ, ਪਰਿਵਾਰਕ ਟਾਈਪ ਦਾ ਮਾਹੌਲ ਹੋਵੇ, ਔਰ ਇਹੋ ਜਿਹੇ ਕੋਈ ਮੈਂਟਰ ਹੋਣ, ਗਾਈਡ ਹੋਣ ਜਿਹੜੇ ਤੁਹਾਡੇ ਨਾਲ ਚੱਲਦੇ ਹੋਣ। ਜੇ ਤੁਸੀਂ ਪਹਿਲੇ ਸਟੈਪਸ ਵੀ ਜ਼ਿੰਦਗੀ ਦੇ ਲੈਣੇ ਸ਼ੁਰੂ ਕੀਤੇ ਸੀ, ਤੁਹਾਡਾ ਪਹਿਲਾ ਕੋਈ ਗੁਰੂ ਰਿਹਾ ਹੋਣਾ ਹੈ। ਪਹਿਲੀ ਵਾਰ ਤੁਸੀਂ ਬਰੱਸ਼ ਵੀ ਕੀਤਾ ਹੋਣਾ, ਪਹਿਲੀ ਵਾਰ ਤੁਸੀਂ ਆਪ ਨਹਾਏ ਵੀ ਹੋਣੇ ਹੋ, ਉਹਦੇ ਬਾਅਦ ਤੁਹਾਡੀ ਮਦਰ ਤੁਹਾਡੀ ਪਹਿਲੀ ਗੁਰੂ ਰਹੀ ਹੋਣੀ ਹੈ, ਫਿਰ ਫਾਦਰ ਰਹੇ, ਫਿਰ ਤੁਹਾਡੇ ਆਸ-ਪਾਸ ਤੁਹਾਡੇ ਪਰਿਵਾਰ, ਬੰਧੂ ਜੋ ਵੀ ਸੀਗੇ, ਫਿਰ ਕਲਾਸ ਦੇ ਵਿੱਚ ਕੋਈ ਟੀਚਰ ਆਇਆ। ਸੋ ਜ਼ਿੰਦਗੀ ਜੀਣ ਵਾਸਤੇ ਇੱਕ ਇਹੋ ਜਿਹੀ ਜੇ ਕਲਾ ਨੂੰ, ਇੰਨੀ ਵੱਡੀ ਕਲਾ ਨੂੰ ਜੀਣਾ ਹੈ, ਅਤੇ ਉਹਦੇ ਵਾਸਤੇ ਇੱਕ ਸਟਰਕਚਰਡ ਵੇ ਦੇ ਵਿੱਚ ਕੋਈ ਨਾ ਕੋਈ ਗਾਈਡ ਤਾਂ ਹੋਣਾ ਚਾਹੀਦਾ। ਸੋ ਇਹ ਸੰਸਥਾ ਜਿਹੜੀ ਹੈ ਉਹੋ ਜਿਹੇ ਪ੍ਰੋਗਰਾਮਸ ਲੈ ਕੇ ਆਉਂਦੀ ਹੈ ਡਿਫਰੈਂਟ ਏਜ ਗਰੁੱਪਸ ਵਾਸਤੇ, ਚਾਹੇ ਉਹ ਕੋਈ ਬੱਚਾ ਹੈ, ਕੋਈ ਯੂਥ ਹੈ, ਅਡਲਟ ਹੈ, ਸੀਨੀਅਰ ਹੈ। ਸੋ ਇਹ ਅਸੀਂ ਕਰਦੇ ਹਾਂ ਸਾਰੀ ਦੁਨੀਆ ਦੇ ਵਿੱਚ ਅੱਡ-ਅੱਡ ਜਗ੍ਹਾ 'ਤੇ। ਜੀ, ਮਤਲਬ ਇਟ ਇਜ਼ ਦੀ ਆਰਟ ਆਫ ਬੈਲੈਂਸਿੰਗ ਯੋਰ ਲਾਈਫ। ਇੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਹਰ ਕੁਝ ਕਰਨ ਲਈ, ਜਿੱਦਾਂ ਤੁਸੀਂ ਕਿਹਾ ਕਿ ਚਿਹਰੇ ਤੇ ਹੱਸੀ, ਦਿਮਾਗ 'ਚ ਟੈਨਸ਼ਨ ਫ੍ਰੀ ਹੋਣਾ ਚਾਹੀਦਾ ਟੂ ਲਿਵ ਅ ਫੁਲਫਿਲਡ ਲਾਈਫ। ਯੈਸ। ਚਲੋ, ਇਹ ਥਰੂ ਦਿਸ ਆਰਗੇਨਾਈਜੇਸ਼ਨ ਆਪਾਂ ਇੱਕ ਬਹੁਤ ਅੱਛਾ ਕੰਮ ਕਰ ਰਹੇ ਹਾਂ। ਮੈਂ ਤੁਹਾਡੇ ਪੁਆਇੰਟ ਆਫ ਵਿਊ ਤੋਂ ਇਹ ਜਾਣਨਾ ਚਾਹੂੰਗੀ, ਵਾਟ ਲੈਡ ਯੂ ਟੂ ਟੇਕ ਸੱਚ ਅ ਸਟੈਪ? ਤੁਸੀਂ ਕਿੱਦਾਂ ਇਨਸਪਾਇਰ ਹੋਏ ਕਿ ਤੁਸੀਂ ਅੱਗੇ ਜਾ ਕੇ ਮਿਲੀਅਨਸ ਆਫ ਲਾਈਵਸ ਨੂੰ ਇੰਪੈਕਟ ਕਰਨਾ ਹੈ ਵਿਦ ਯੋਰ ਥਾਟ ਪ੍ਰੋਸੈਸ? ਉਹ ਕਿਸ ਤਰ੍ਹਾਂ ਆਇਆ? ਵਾਟ ਵਰ ਯੋਰ plans regarding it? Right. So मेरा ਜਿਹੜਾ ਪਰਸਨਲ ਰਾਹ ਰਿਹਾ, ਉਹ ਯੂ ਕੈਨ ਸੇ ਕਿ ਵੀ ਕਿਸੇ ਵੀ ਇੱਕ ਆਮ ਇਨਸਾਨ ਦਾ ਰਾਹ ਰਿਹਾ ਹੋਣਾ। ਮੈਂ ਇੰਜੀਨੀਅਰਿੰਗ ਕੀਤੀ ਸੀਗੀ ਇੱਥੇ ਕੈਨੇਡਾ 'ਚ ਵੀ ਆ ਕੇ ਇੰਜੀਨੀਅਰਿੰਗ ਕੀਤੀ, ਆ ਕੇ ਫਿਰ ਕਾਰਪੋਰੇਟ ਲਾਈਫ ਚਲੇ ਗਿਆ। ਜਿੱਦਾਂ ਮੈਂ ਕਿਹਾ ਕਿ ਮੈਂ ਟੈਕਨੀਕਲੀ ਸਕਸੈਸਫੁਲ ਸੀਗਾ, ਮੈਂ ਪ੍ਰੋਜੈਕਟ ਮੈਨੇਜਰ ਸੀਗਾ ਕਿਸੇ ਵੱਡੀ ਕੰਪਨੀ ਦੇ ਵਿੱਚ, ਇੰਟਰਨੈਸ਼ਨਲ ਟਰੈਵਲ ਕਰਦਾ ਸੀਗਾ, 2 ਬੜੇ ਅੱਛੇ ਬੱਚੇ, ਅੱਛੀ ਵਾਈਫ, ਅੱਛਾ ਘਰ, ਇੱਕ ਡੌਗ ਵੀ ਸੀਗਾ ਮੇਰੇ ਕੋਲ। ਸੋ ਟੈਕਨੀਕਲੀ ਆਈ ਵਾਸ ਦੇਅਰ, ਪਰ ਅੰਦਰੋਂ ਜਿੱਦਾਂ ਮੈਂ ਕਿਹਾ ਕਿ ਮੈਂ ਕਿਤੇ ਨਾ ਕਿਤੇ ਬਰਨਟ ਆਊਟ ਮਹਿਸੂਸ ਕਰ ਰਿਹਾ ਸੀਗਾ। ਸੋ ਮੈਂ ਇੱਕ ਵਾਰੀ ਇੰਡੀਆ ਗਿਆ ਸੀਗਾ, ਅਤੇ ਉੱਥੇ ਮੇਰੀ ਸਿਸਟਰ ਮੈਨੂੰ ਮਿਲੇ, ਅਤੇ ਉਹਨਾਂ ਨੇ ਕਿਹਾ ਕਿ ਵੀ ਰਵੀ, ਤੂੰ ਉੱਦਾਂ ਦਾ ਸਾਰਾ ਕੁਝ ਠੀਕ ਲੱਗਦਾ, ਬਟ ਕਿਤੇ ਨਾ ਕਿਤੇ ਤੂੰ ਸਟ੍ਰੈਸਡ ਆਊਟ ਲੱਗਦਾ। ਸੋ ਅੰਦਰੋਂ ਕਿਤੇ ਮਹਿਸੂਸ ਵੀ ਹੁੰਦਾ ਸੀਗਾ ਕਿ ਸਟ੍ਰੈਸ ਹੈਗੀ ਹੈ, ਜਿਹਨੂੰ ਕਾਊਂਟਰ ਕਰਨ ਦਾ ਮੈਨੂੰ ਕੋਈ ਰਾਹ ਨਹੀਂ ਸੀ ਲੱਭ ਰਿਹਾ। ਬਚਪਨ 'ਚ ਮੈਂ ਯੋਗਾ ਕਈ ਵਾਰੀ ਸਿੱਖਿਆ ਸੀਗਾ ਕਈ ਜਗ੍ਹਾ 'ਤੇ, ਅਤੇ ਯੋਗ ਮੈਨੂੰ ਲੱਗਦਾ ਸੀਗਾ ਕਿ ਵੀ ਇੱਕ ਤਰੀਕਾ ਹੋ ਸਕਦਾ। ਦੈਨ ਉਹਨਾਂ ਨੇ ਸੁਜੈਸਟ ਕੀਤਾ ਕਿ ਵੀ ਇੱਕ ਆਰਟ ਆਫ ਲਿਵਿੰਗ ਫਾਊਂਡੇਸ਼ਨ ਹੈ, ਤਾਂ ਮੈਂ ਉਹਨਾਂ ਦੇ ਵਿੱਚ ਇੰਡੀਆ ਸੀਗਾ, ਥੋੜ੍ਹਾ ਰਿਸਰਚ ਕੀਤਾ, ਪਤਾ ਲੱਗਿਆ ਕਿ ਵੀ ਵੈਂਕੂਵਰ 'ਚ ਵੀ ਇਹਦਾ ਇੱਕ ਚੈਪਟਰ ਹੈ। ਸੋ ਜਦੋਂ ਵਾਪਸ ਆਇਆ ਅਤੇ ਮੈਂ ਉਹਨਾਂ ਨੂੰ ਇੱਥੇ ਫ਼ੋਨ ਕੀਤਾ, ਅਤੇ ਜਿਹੜੇ ਮੇਰੇ ਟੀਚਰ ਸੀਗੇ ਉਹਨਾਂ ਨੇ ਮੈਨੂੰ ਕਾਫੀ ਇੰਸਪਾਇਰ ਕੀਤਾ। ਉਹਨਾਂ ਨਾਲ ਜੁੜ ਕੇ ਮੈਂ ਕਾਫੀ ਸੇਵਾ ਪ੍ਰੋਜੈਕਟਸ ਵੀ ਕੀਤੀਆਂ। ਵੈਂਕੂਵਰ ਦਾ ਚੈਪਟਰ ਜਿਹੜਾ, ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਕਾਫੀ ਹੈਲਪ ਕੀਤੀ। ਸੋ ਬੇਸਿਕਲੀ ਵਨ ਥਿੰਗ ਲੈਡ ਟੂ ਅਨਦਰ, ਔਰ ਮੈਨੂੰ ਸਲੋਲੀ ਇੱਕ ਰੀਅਲਾਈਜੇਸ਼ਨ ਹੋਣੀਆਂ ਸ਼ੁਰੂ ਹੋਈਆਂ ਕਿ ਦੇਰ ਇਜ਼ ਮੋਰ ਟੂ ਲਾਈਫ ਦੈਨ ਵਟ ਵੀ ਸੀ, ਦੈਨ ਹਾਊ ਵੀ ਲਿਵ ਇਟ। ਦੁਨੀਆ ਜਿਹੜੀ ਉਹ ਤੁਹਾਡੇ ਪਾਸੇ ਇੱਕ ਤਰੀਕੇ ਨਾਲ ਆਉਂਦੀ ਹੈ, ਤੁਹਾਡੇ ਮਾਈਂਡ ਨੂੰ ਕੰਡੀਸ਼ਨ ਕਰਕੇ ਚਲੀ ਜਾਂਦੀ ਹੈ। ਬਾਹਰ ਦੀ ਜਿਹੜੀ ਦੁਨੀਆ ਹੈਗੀ, ਉਹਨੂੰ ਹੈਂਡਲ ਕਰਨ ਵਾਸਤੇ ਸਾਡੇ ਜਿਹੜੀ ਅੰਦਰ ਦੀ ਦੁਨੀਆ ਹੈ, ਉਹਨੂੰ ਪ੍ਰਿਪੇਅਰ ਕਰਨ ਵਾਸਤੇ ਸਾਡੇ ਕੋਲ ਜੋ ਵੀ ਸਾਡੇ ਕੋਲ ਟੂਲਸ ਨੇ, ਉਹ ਬਹੁਤ ਥੋੜ੍ਹੇ ਨੇ। ਕੋਈ ਜ਼ਿਆਦਾ ਫਾਊਂਡੇਸ਼ਨ ਜਿਹੜੀਆਂ ਨੇ ਜਾਂ ਇੰਸਟੀਚਿਊਟਸ ਇਹੋ ਜਿਹੇ ਨਹੀਂ ਹੈਗੇ ਬਾਹਰ। ਤੁਹਾਨੂੰ ਪੈਸਾ ਕਿੱਦਾਂ ਕਮਾਉਣਾ ਹੈ ਅਤੇ ਲਾਈਫ ਨੂੰ ਇੱਕ ਸਰਟਨ ਵੇ 'ਚ ਜੀਣਾ, ਉਹਦੀ ਕਲਾ ਬਹੁਤ ਇੰਸਟੀਚਿਊਟਸ ਤੁਹਾਨੂੰ ਸਿਖਾਉਂਦੇ ਨੇ। ਪਰ ਮੈਂਟਲ ਹੈਲਥ ਜਿਹੜੀ ਹੈ, ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਨੇ, ਤੁਹਾਡੇ ਜਿਹੜੇ ਸੌਫਟ ਸਕਿੱਲਸ ਨੇ, ਲੀਡਰਸ਼ਿਪ ਸਕਿੱਲਸ ਨੇ, ਟੀਮ ਓਰੀਐਂਟਡ ਕਿੱਦਾਂ ਹੋਣਾ ਹੈ, ਨੈਚੁਰਲ ਕਿੱਦਾਂ ਹੋਣਾ ਹੈ, ਹਰ ਏਜ ਦੇ ਲੋਕਾਂ ਦੇ ਵਿੱਚ ਬਹਿ ਕੇ ਕਿੱਦਾਂ ਨੈਚੁਰਲ ਹੋ ਕੇ ਰਹਿਣਾ, ਰਾਈਟ। ਇਹ ਜਿਹੜੀਆਂ ਸਕਿੱਲਸ ਨੇ ਸਾਡੇ ਵਿੱਚ, ਇਹਨਾਂ ਨੂੰ ਸਿਖਾਉਣ ਵਾਸਤੇ ਕਿਤੇ ਨਾ ਕਿਤੇ ਕੁਝ ਮੈਲੋ ਡਾਊਨ ਹੋਣਾ ਪੈਂਦਾ, ਡੀਕੰਡੀਸ਼ਨਿੰਗ ਮਾਈਂਡ ਦੀ ਕਰਨੀ ਪੈਂਦੀ ਹੈ। ਸੋ ਉਹ ਚੀਜ਼ਾਂ ਮੈਨੂੰ ਇਹਦੇ ਵਿੱਚ ਜਿਹੜੀਆਂ ਨੇ ਸਟੈਪ ਬਾਈ ਸਟੈਪ ਜਿਹੜੀਆਂ ਮਿਲਣੀਆਂ ਸ਼ੁਰੂ ਹੋਈਆਂ, ਤੇ ਰਾਹ ਆਪਣੇ ਆਪ ਖੁੱਲ੍ਹਦੇ ਗਏ। ਬਿਲਕੁਲ, ਉਹ ਕਹਿੰਦੇ ਨੇ ਇੱਕ ਕਦਮ ਲੈਣ ਦੀ ਲੋੜ ਹੈ, ਰਾਹ ਤਾਂ ਆਪਣੇ ਆਪ ਰੱਬ ਦਿਖਾਈ ਜਾਊਗਾ, ਬਸ ਤੁਰਨਾ ਹੀ ਹੈ ਤੁਸੀਂ ਉਹਦੇ ਤੇ। ਬਿਲਕੁਲ ਸਹੀ। ਇੱਕ ਕਾਜ਼ ਬਹੁਤ ਚੰਗਾ ਹੈ, ਕਿਉਂਕਿ ਆਪਾਂ ਦੇਖਦੇ ਹਾਂ ਕਿ ਯੂਥ ਵੀ ਅੱਜ ਦੇ ਦਿਨ ਤੇ ਬਿਕਾਜ਼ ਆਫ ਸੋ ਮੈਨੀ ਸੋਸਾਈਟਲ ਪ੍ਰੈਸ਼ਰਸ, ਕੰਪੀਟੀਸ਼ਨ, ਜ਼ੀਲ ਟੂ ਮੇਕ ਸਮਥਿੰਗ ਆਫ ਦੇਅਰ ਓਨ ਲਾਈਫ, ਤਾਂ ਉਹ ਬਹੁਤ ਜ਼ਿਆਦਾ ਇੱਕ ਪ੍ਰੈਸ਼ਰ 'ਚ ਰਹਿੰਦੇ ਨੇ, ਜਿਹਦੇ ਕਰਕੇ ਆਈ ਵੁੱਡ ਸੇ ਐਜ਼ ਮਾਈ ਸੈਲਫ ਟੂ, ਮੈਨੂੰ ਨਹੀਂ ਲੱਗਦਾ ਕਿ ਜੇ ਆਪਾਂ ਸਪਿਰਿਚੁਅਲ ਵਰਲਡ ਦੀ ਗੱਲ ਕਰਦੇ ਹਾਂ ਤਾਂ ਆਈ ਮੇ ਬੀ ਸਪਿਰਿਚੁਅਲ, ਪਰ ਮੈਂ ਕਨੈਕਟਡ ਨਹੀਂ ਹਾਂ ਉਹਦੇ ਨਾਲ। ਤਾਂ ਐਸੀਆਂ ਕੀ ਪ੍ਰੈਕਟਿਸਿਸ ਨੇ ਜੋ ਤੁਸੀਂ ਆਪਣੇ ਸਟੂਡੈਂਟਸ ਨੂੰ ਜਾਂ ਸੀਕਰਸ ਨੂੰ ਦਿੰਦੇ ਹੋ ਕਿ ਉਹ
ਟੂ ਸਟਾਰਟ ਔਨ ਦਿਸ ਪਾਥ ਕਿ ਇੱਕ ਬੇਬੀ ਸਟੈਪ ਲੈ ਕੇ ਉਧਰ ਚੱਲਣਾ ਸ਼ੁਰੂ ਕਰਨ ਫॉर ਮੇਬੀ ਦ Right. ਬੈਲੈਂਸ ਆਫ ਲਾਈਫ ਆਫ ਕੋਰਸ ਰਾਈਟ ਯੂ ਆਰ ਵੈਰੀ ਰਾਈਟ ਜਿੱਦਾਂ ਅਸੀਂ ਕਈ ਵਾਰੀ ਮਹਿਸੂਸ ਕਰਦੇ ਹਾਂ ਕਿ ਅਸੀਂ ਕਨੈਕਟਡ ਨਹੀਂ ਹੈਗੇ ਜਾਂ ਸਪਿਰਿਚੁਅਲਿਟੀ ਸਾਡੇ ਵਾਸਤੇ ਬਹੁਤ ਵੱਡਾ ਸ਼ਬਦ ਬਣ ਜਾਂਦਾ ਹੈ ਜੀ ਸੋ ਮਚ ਕਿ ਇਟ ਇਜ਼ ਆਲਮੋਸਟ ਰਿਪਲਸਿਵ ਛੋਟੇ ਬੱਚੇ ਨੂੰ ਤੁਸੀਂ ਯੋਗਾ ਵੀ ਕਹਿ ਦੋ ਕਿ ਵੀ ਤੂੰ ਯੋਗਾ ਕਰਨਾ ਹੈ ਤਾਂ ਉਹ ਦੌੜ ਜਾਏਗਾ ਕਿ ਵੀ ਮੈਂ ਨਹੀਂ ਕਰਨਾ ਸੋ ਸਪਿਰਿਚੁਅਲਿਟੀ ਤੇ ਵੈਸੇ ਹੀ ਬੜਾ ਡਾਂਟਿੰਗ ਜਿਹਾ ਲੱਗਦਾ ਹੈ ਤੇ ਸੋ ਮਚ ਕਿ ਵੀ ਅਸੀਂ ਇਸ ਪਾਸੇ ਜਾਂਦੇ ਨਹੀਂ ਇਹ ਸੋਚ ਕੇ ਕਿ ਵੀ ਸ਼ਾਇਦ ਪਤਾ ਨਹੀਂ ਪ੍ਰੈਕਟਿਸਿਸ ਕਰਨੀਆਂ ਪੈਣਗੀਆਂ ਮੈਡੀਟੇਸ਼ਨ ਕਰਨੀ ਪਏਗੀ ਜਾਂ ਕੀ ਕਰਨਾ ਪਏਗਾ ਪਰ ਜੇ ਅਸੀਂ ਇਹਨੂੰ ਬ੍ਰੇਕ ਡਾਊਨ ਕਰੀਏ ਜਾਂ ਦੇਖੀਏ ਕਿਉਂਕਿ ਇਹਦੇ ਐਸਪੈਕਟਸ ਬਹੁਤ ਨੇ ਜੀ ਸਪਿਰਿਚੁਅਲਿਟੀ ਦੇ ਇਟਸ ਲਾਈਕ ਸੇਇੰਗ ਕਿ ਜਿੱਦਾਂ ਅਸੀਂ ਕਹੀਏ ਟਰਾਂਸਪੋਰਟੇਸ਼ਨ ਟਰਾਂਸਪੋਰਟੇਸ਼ਨ ਤੁਸੀਂ ਪੁਆਇੰਟ A ਤੋਂ ਪੁਆਇੰਟ B ਜਾਣ ਵਾਸਤੇ ਇੱਕ ਬੁਲਕ ਕਾਰਟ ਨੂੰ ਵੀ ਯੂਜ਼ ਕਰ ਸਕਦੇ ਹੋ ਬਿਲਕੁਲ ਤੇ ਇੱਕ ਸੁਪਰ ਜੈਟ ਨੂੰ ਵੀ ਯੂਜ਼ ਕਰ ਸਕਦੇ ਹੋ ਬਿਲਕੁਲ ਸਪਿਰਿਚੁਅਲਿਟੀ ਦੇ ਵਿੱਚ ਇਦਾਂ ਕਿੰਨੇ ਐਸਪੈਕਟਸ ਨੇ ਵੀ ਕਿਹੜੇ ਤਰੀਕੇ ਸੇ ਕੀਤੀ ਜਾਵੇ ਜਾਂ ਕਰੀਏ ਵੀ ਜਾਂ ਨਹੀਂ ਕਰੀਏ ਦਿਸ ਸੋ ਮੈਨੀ ਥਿੰਗਸ ਬਟ ਅਸੀਂ ਕਿੱਦਾਂ ਕਰਦੇ ਹਾਂ ਦੈਟ ਇਜ਼ ਆਈ ਥਿੰਕ ਮੇਬੀ ਸੈਕੰਡਰੀ ਜਾਂ ਮੇਬੀ ਲਿਟਲ ਇਰਰੈਲੇਵੈਂਟ ਬਟ ਆਈ ਥਿੰਕ ਪਹਿਲਾਂ ਇਹ ਤੁਹਾਡੇ ਅੰਦਰ ਕਿਤੇ ਨਾ ਕਿਤੇ ਥੋੜੀ ਬਹੁਤੀ ਸੀਕਿੰਗ ਹੋਣੀ ਜ਼ਰੂਰੀ ਹੈ ਕਿ ਵੀ ਹਾਂ ਮੈਂ ਆਪਣੇ ਆਪ ਨੂੰ ਇਵੋਲਵ ਕਰਨਾ ਚਾਹੁੰਦਾ ਮੈਂ ਆਪਣੇ ਆਪ ਦੇ ਨਾਲ ਕਨੈਕਟ ਹੋਣਾ ਚਾਹੁੰਦਾ ਜੀ ਜਿੱਦਣ ਉਹ ਥੋੜੀ ਜਿਹੀ ਵੀ ਸੀਕਿੰਗ ਸ਼ੁਰੂ ਹੋ ਜਾਏਗੀ ਦੈਟ ਵੈਰੀ ਡੇ ਉਦਣ ਹੀ ਤੁਹਾਡੀ ਜਰਨੀ ਜਿਹੜੀ ਹੈ ਉਹ ਚਾਹੇ ਕਹ ਲਓ ਸਪਿਰਿਚੁਅਲਿਟੀ ਵਾਲੀ ਜਾਂ ਇਹ ਕਹੋ ਕਿ ਵੀ ਆਪਣੀ ਸੈਲਫ ਡਿਸਕਵਰੀ ਵੱਲ ਚਾਲੂ ਹੋ ਜਾਏਗੀ ਫਿਰ then you maybe Google Art of Living nearest center you go there and we'll talk ਬਹੁਤ ਸਾਰੀਆਂ ਸਾਡੀਆਂ ਫ੍ਰੀ ਇੰਟਰੋਡਕਟਰੀ ਵਰਕਸ਼ਾਪਸ ਨੇ ਜਿਹੜੀਆਂ ਅਸੀਂ ਦਿੰਦੇ ਹਾਂ ਆਨਲਾਈਨ ਵੀ ਦਿੰਦੇ ਹਾਂ ਇਨ ਪਰਸਨ ਵੀ ਦਿੰਦੇ ਹਾਂ ਤੇ ਉਹਦੇ ਵਿੱਚ ਜਾ ਕੇ ਤੁਸੀਂ 1 ਘੰਟਾ ਜਾਂ 1.5 ਘੰਟਾ ਸਾਡੇ ਕੋਲ ਬੈਠ ਕੇ ਤੇ ਕਰ ਸਕਦੇ ਹੋ ਆਲ ਓਵਰ ਦ ਵਰਲਡ ਆਮ ਨਾਟ ਸੇਇੰਗ ਓਨਲੀ ਇਨ ਵੈਂਕੂਵਰ ਬਟ ਐਵਰੀਵੇਅਰ ਇਨ ਦ ਮੋਸਟਲੀ ਲਾਈਕ 160 ਕੰਟਰੀਜ਼ ਦੇ ਵਿੱਚ ਜਿੱਦਾਂ ਮੈਂ ਕਿਹਾ ਆਵਰ ਬੇਸਿਕ ਪ੍ਰੀਮਾਈਜ਼ ਜਿਹੜਾ ਸਾਡਾ ਰੀਅਲ ਆਈਡੀਆ ਇਹ ਹੈਗਾ ਲੋਕਾਂ ਨੂੰ ਕਨੈਕਟ ਕਰਾਉਣ ਦਾ ਆਪਣੇ ਆਪ ਦੇ ਨਾਲ ਥਰੂ ਬ੍ਰੈਥ ਜੀ ਸੋ ਜਿਹੜੀਆਂ ਸਾਡੀਆਂ ਮੋਸਟਲੀ ਜਿਹੜੀਆਂ ਵਰਕਸ਼ਾਪਸ ਨੇ ਉਹਦੇ ਵਿੱਚ ਅਸੀਂ ਤੁਹਾਨੂੰ ਜ਼ਿੰਦਗੀ ਨੂੰ ਆਪਣੇ ਪ੍ਰੈਜ਼ੈਂਟ ਮੂਮੈਂਟ ਦੇ ਵਿੱਚ ਕਿੱਦਾਂ ਜੀਣਾ ਹੈ ਉਹ ਸਿਖਾਉਂਦੇ ਹਾਂ ਜਿਹੜਾ ਮੇਨ ਪ੍ਰਿੰਸੀਪਲ ਇਹ ਹੈ ਕਿ ਸਾਡੀ ਜਿਹੜੀ ਲਾਈਫ ਹੈ ਨਾ ਹੀ ਪਾਸਟ 'ਚ ਹੈ ਨਾ ਹੀ ਫਿਊਚਰ 'ਚ ਹੈ ਸਾਡੀ ਲਾਈਫ ਇਸ ਵਕਤ ਤੇ ਹੁਣ ਹੈਗੀ ਹੈ ਜੇ ਤੁਸੀਂ ਇਸ ਵਕਤ ਖੁਸ਼ ਨਹੀਂ ਰਹਿ ਸਕਦੇ ਇਸ ਵਕਤ ਟੋਟਲੀ 100% ਪ੍ਰੈਜ਼ੈਂਟ ਮੂਮੈਂਟ 'ਚ ਨਹੀਂ ਰਹਿ ਸਕਦੇ ਦੈਨ ਲਾਈਫ ਇਜ਼ ਨੋਵੇਅਰ ਕਿਤੇ ਵੀ ਨਹੀਂ ਹੈਗੀ ਪਰ ਕਿੱਦਾਂ ਆਪਣੇ ਮਾਈਂਡ ਨੂੰ ਦੇਖੋ ਸਾਡਾ ਜਿਹੜਾ ਸਾਰਾ ਮਾਈਂਡ ਹੈ ਉਹ ਹਮੇਸ਼ਾ ਜਾਂ ਤੇ ਫਿਊਚਰ 'ਚ ਰਹਿੰਦਾ ਫਿਊਚਰ ਦੀ ਵਰੀ 'ਚ ਰਹਿੰਦਾ ਜੀ ਇਸ ਵਕਤ ਵੀ ਸ਼ਾਇਦ ਤੁਸੀਂ ਸੋਚ ਰਹੇ ਹੋ ਕਿ ਮੈਂ ਅਗਲਾ ਸਵਾਲ ਇਸ ਤੋਂ ਕੀ ਪੁੱਛਾਂ ਜੀ ਬਿਲਕੁਲ right so somewhere even if it is split second away it's not here does it even help in reading minds if you can read yourself well yes definitely ਤੇ ਜਾਂ ਫਿਰ ਪਾਸਟ 'ਚ ਰਹਿੰਦਾ ਕਿ ਮੈਂ ਜੋ ਕਰਕੇ ਆਈ ਹਾਂ ਜਾਂ ਕਰਕੇ ਆਇਆ ਉਹ ਸਹੀ ਵੀ ਸੀਗਾ ਗਲਤ ਵੀ ਸੀਗਾ ਜਜਮੈਂਟਲ ਹੋਣਾ ਪਰ ਇਸ ਵਕਤ 100% ਪ੍ਰੈਜ਼ੈਂਟ ਰਹਿਣਾ ਉਹ ਕਿੱਦਾਂ ਕਰ ਸਕਦੇ ਹਾਂ ਉਹ ਜੇ ਅਸੀਂ ਕਿਸੇ ਤਰੀਕੇ ਸਿਰ ਸਕਿਲਫੁਲੀ ਆਪਣੀ ਬ੍ਰੈਥ ਨਾਲ ਕਨੈਕਟ ਹੋ ਜਾਈਏ ਜੀ ਸਿਰਫ ਔਰ ਸਿਰਫ ਤੁਹਾਡੀ ਬ੍ਰੈਥ ਜਿਹੜੀ ਹੈ ਉਹ ਪ੍ਰੈਜ਼ੈਂਟ ਮੂਮੈਂਟ 'ਚ ਹੈ ਜੀ do you breathe in future no do you breathe in the past no it is right now ਇਸ ਤੋਂ ਬਿਨਾਂ ਤੁਸੀਂ 2 ਮਿੰਟ ਵੀ ਨਹੀਂ ਰਹਿ ਸਕਦੇ It's if you are right lucky there. right if you are a yogi maybe you can but so somewhere there is a very strong connection between your breath and your mind ਜੀ ਜੇ ਤੁਸੀਂ ਗੁੱਸੇ 'ਚ ਹੋਵੋਗੇ ਤਾਂ ਤੁਹਾਡੀ ਜਿਹੜੀ ਸਾਹ ਹੈ ਉਹ ਕਿਸੇ ਹੋਰ ਤਰੀਕੇ ਸੇ ਚੱਲੇਗੀ it gets heavier faster ਹੈਵੀਅਰ ਫਾਸਟਰ ਦੇਖ ਲਾਂਗਾ ਯੂ ਸੀ ਬਟ ਜੇ ਤੁਸੀਂ ਕਿਤੇ ਸਨਸੈਟ ਨੂੰ ਵਾਚ ਕਰ ਰਹੇ ਹੋ ਇੰਗਲਿਸ਼ ਬੀਚ ਤੇ ਬੈਠੇ ਹੋਏ ਹੋ ਅੱਛੇ ਫਰੈਂਡ ਨਾਲ ਬੈਠੇ ਹੋ ਤੇ ਉਦੋਂ ਤੁਹਾਡੀ ਜਿਹੜੀ ਬ੍ਰੈਥ ਹੈ ਬਿਲਕੁਲ ਕਾਮ ਐਂਡ ਸ਼ੈਲੋ ਹੋਏਗੀ ਆਲਮੋਸਟ ਇਨਪਰਸੈਪਟੀਬਲ ਜੀ ਰਾਈਟ ਜੇ ਤੁਹਾਡੇ ਕੋਲ ਮੈਂ ਆ ਕੇ ਇੱਕਦਮ ਬੂ ਇੱਦਾਂ ਕਰਾਂ ਤੁਸੀਂ ਯੂ ਵਿਲ ਗੋ ਲਾਈਕ ਦਿਸ ਸੋ ਯਰ ਇਨਟੇਕ ਆਫ ਬ੍ਰੈਥ ਵਿਲ ਬੀ ਲੌਂਗਰ ਜੀ ਐਂਡ ਲੈਟਸ ਸੇ ਇਫ ਯੂ ਆਰ ਸੈਡ ਇੱਕਦਮ ਤੁਸੀਂ ਕਹੋ ਓ ਮਾਈ ਗॉड you see your outgoing breath is longer and heavier right so every emotion in your mind has a corresponding rhythm in your breath so up until now there was a one way traffic emotion here rhythm here yes so what we do in Art of Living workshops is to give you a skill or a technique which can reverse this for you so if you have an emotion happening like say gussa aa raha so automatically thodi jehdi breath jehdi hai it takes over so if you've been practicing so ਜਿਹੜਾ ਗੁੱਸਾ ਹੈ ਜਾਂ ਕੋਈ ਵੀ ਇਮੋਸ਼ਨ ਹੈ ਕੋਈ ਵੀ ਇੰਡਲਜੈਂਸ ਹੈ ਮਾਈਂਡ ਦੀ ਕੋਈ ਵੀ ਵਾਸਨਾ ਹੈ ਕੋਈ ਵੀ ਐਡਿਕਸ਼ਨ ਹੈ ਕਿਤੇ ਵੀ ਕੋਈ ਵੀ ਪੈਟਰਨ ਜਿਹੜਾ ਫਸਿਆ ਹੋਇਆ ਹੈ ਉਹ ਸਲੋਲੀ ਆਪਣੇ ਆਪ ਵਾਸ਼ ਆਊਟ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੀ ਏਬਿਲਿਟੀ ਟੂ ਕਮ ਬੈਕ ਟੂ ਸੈਂਟਰ ਕਮ ਬੈਕ ਟੂ ਦ ਪ੍ਰੈਜ਼ੈਂਟ ਮੂਮੈਂਟ increases it's not that I don't get angry anymore it's not that I don't have any ambitions or anything but channelize kar sakte but to come back to that center where I can assess what is happening with that level of awareness it is very heightened so all ਜਿਹੜੀਆਂ ਚੀਜ਼ਾਂ ਨੇ we teach you practically and you need to spend a few days with a guided teacher
for some time and then you practice it and then it happens. I think speaking for the youth, I might need to take Yes, some of those classes. absolutely. Everybody needs it. ਮੈਨੂੰ ਵੀ ਲੱਗ ਰਿਹਾ ਹੈ ਕਿਉਂਕਿ ਬੜੇ ਪ੍ਰੈਸ਼ਰ ਹੈ ਸੋਸਾਇਟੀ 'ਚ ਬਹੁਤ ਤਰ੍ਹਾਂ ਦੇ ਅਨਨੋਇੰਗ ਪ੍ਰੈਸ਼ਰ ਵੀ ਜੋ ਆਪਾਂ ਨੂੰ ਦਿਖਦੇ ਨਹੀਂ ਹੈ ਆਮ ਜ਼ਿੰਦਗੀ 'ਚ ਪਰ ਉਹ ਹੈ ਕਿਤੇ ਨਾ ਕਿਤੇ। Right. ਖੈਰ ਹੁਣ ਇੱਕ ਹੋਰ ਜਿਹੜਾ ਸਵਾਲ ਉੱਠਦਾ ਹੈ, ਤੁਸੀਂ ਪ੍ਰੈਕਟਿਸ ਕਰਾਉਂਦੇ ਹੋ, ਤੁਸੀਂ ਯੂ ਲੈਟ ਪੀਪਲ ਕਨੈਕਟ ਟੂ ਦੇਅਰ ਸੈਲਵਸ, ਦੇਅਰ ਪ੍ਰੈਜ਼ੈਂਟ ਮੋਮੈਂਟ। ਹੁਣ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀਆਂ। Right. ਰਵੀ ਜੀ, ਤੁਸੀਂ ਇਹ ਤਾਂ ਬਿਲੀਵ ਕਰੋਗੇ ਕਿ ਜਦੋਂ ਆਪਣੇ ਕੋਲੇ ਆਪਸ਼ਨਸ ਬਹੁਤ ਸਾਰੇ ਹੋ ਜਾਂਦੇ ਨੇ ਤਾਂ ਇਟ ਇਜ਼ ਹਾਰਡ ਟੂ ਟਰਸਟ ਐਨੀ ਵਨ ਆਫ them, Right. ਰਾਈਟ? ਤੇ ਹੁਣ ਇਫ ਸਮਬਡੀ ਹੈਜ਼ ਟੂ ਮੇਬੀ ਗੋ ਥਰੂ ਯੂ, ਜਾਂ ਉਹ ਗੂਗਲ ਕਰਦੇ ਨੇ, ਕਿਤੇ ਹੋਰ ਜਾਂਦੇ ਨੇ, ਕਿਸੇ ਨੂੰ ਕਾਲ ਕਰਦੇ ਨੇ, ਤਾਂ ਤੁਸੀਂ ਕੁਝ ਐਸੇ ਪੁਆਇੰਟਸ ਦੇਣਾ ਚਾਹੋਗੇ ਜਿਹਦੇ ਨਾਲ ਦੇ ਬੀ ਏਬਲ ਟੂ ਆਈਡੈਂਟੀਫਾਈ ਕਿ ਕੌਣ ਉਹਨਾਂ ਲਈ ਸਹੀ ਹੈ, ਕੌਣ ਨਹੀਂ ਹੈ, ਟੂ ਗੈਟ ਇਨ ਟੱਚ ਵਿਦ देयर ਪ੍ਰੈਜ਼ੈਂਟ ਟਾਈਮ? Look, you're right. ਇਹ ਜਿਹੜਾ ਸਵਾਲ ਹੈ ਇਹਦਾ ਜਵਾਬ ਜਿਹੜਾ ਹੈ ਅਸੀਂ ਸਾਡੀ ਆਪਣੀ ਇੰਟੈਂਸਿਟੀ ਦੇ ਉੱਤੇ ਡਿਪੈਂਡ ਕਰਦਾ ਹੈ। ਜੀ, ਹਾਊ ਇੰਟੈਂਸਲੀ ਯੂ ਆਰ ਸੀਕਿੰਗ। ਇਫ ਯੂ ਆਰ ਅ ਸਿੰਸੀਅਰ ਸੀਕਰ, ਜੇ ਤੁਸੀਂ ਅੰਦਰੋਂ ਸੀਕ ਬੜੀ ਡੀਪਲੀ ਕਰ ਰਹੇ ਹੋ ਤੇ ਤੁਸੀਂ ਕਿਸੇ ਨਾ ਕਿਸੇ ਅੱਛੇ ਸ਼ਖਸੀਅਤ ਨਾਲ ਜਾਂ ਕਿਸੇ ਅੱਛੀ ਸੰਸਥਾ ਨਾਲ ਆਪਣੇ ਆਪ ਹੀ ਜੁੜ ਜਾਓਗੇ। ਸਾਨੂੰ ਲੱਗਦਾ ਹੁੰਦਾ ਕਿ ਵੀ ਅਸੀਂ ਕਿਸੇ ਗੁਰੂ ਨੂੰ ਸੀਕ ਕਰ ਰਹੇ ਹਾਂ, ਲੱਭ ਰਹੇ ਹਾਂ, ਬਟ ਸਮਵੇਅਰ ਪ੍ਰੋਸੈਸ ਇਜ਼ ਦ ਅਦਰ ਵੇ ਅਰਾਊਂਡ। ਮਤਲਬ ਉਹ ਕਿਤੇ ਨਾ ਕਿਤੇ ਤੁਹਾਨੂੰ ਗੁਰੂ ਲੱਭ ਲੈਂਦਾ, ਜਾਂ ਤੁਹਾਨੂੰ ਉਹ ਸੰਸਥਾ ਜਿਹੜੀ ਹੈ ਉਹਦੇ ਨਾਲ ਤੁਹਾਡਾ ਆਪਣੇ ਆਪ ਹੀ ਨੈਚੁਰਲੀ ਕਨੈਕਸ਼ਨ ਹੋ ਜਾਂਦਾ। ਪਰ ਜਿਹੜਾ ਪਹਿਲਾ ਜਿਹੜਾ ਸਟੈਪ ਹੈ ਉਹ ਤੁਹਾਡੇ ਵੱਲੋਂ ਹੀ ਲੈਣਾ ਪਏਗਾ। ਆਫ ਕੋਰਸ ਗੂਗਲ ਇਟ, ਯੂ ਫਾਈਂਡ, ਤੁਸੀਂ ਹਰ ਜਗ੍ਹਾ 'ਤੇ ਟਰਾਈ ਆਊਟ ਕਰੋ। ਮੈਂ ਇੱਕ ਸਿੱਖ ਪਰਿਵਾਰ ਤੋਂ ਹਾਂ ਅਤੇ ਮੈਨੂੰ ਮੇਰੇ ਜਿਹੜੇ ਮਦਰ ਨੇ ਉਹ ਇਨਫੈਕਟ ਗੁਰੂ ਨਾਨਕ ਦੀ ਫੈਮਿਲੀ ਤੋਂ ਨੇ ਅਤੇ ਉਹ ਬੇਦੀ ਪਰਿਵਾਰ ਤੋਂ ਨੇ। ਉਹਨਾਂ ਨੇ ਸ਼ੁਰੂ ਤੋਂ ਮੈਨੂੰ ਜਪਜੀ ਸਾਹਿਬ ਦੇ ਉੱਤੇ ਰੱਖਿਆ ਹੋਇਆ ਸੀਗਾ, ਪਰ ਮੇਰਾ ਕਿਤੇ ਉਹ ਕਨੈਕਸ਼ਨ ਜਿਹੜਾ ਹੈ ਉਹ ਇੰਨਾ ਡੀਪ ਰਿਲੀਜਨ ਦੇ ਵਿੱਚ ਇੰਨਾ ਨਹੀਂ ਸੀ ਉਸ ਵਕਤ ਬਣਿਆ। ਆਈ ਵਾਜ਼ ਚਾਈਲਡ, ਹੌਲੀ ਹੌਲੀ ਫਿਰ ਸੁਸਾਇਟੀ ਦੇ ਪ੍ਰੈਸ਼ਰ ਅਤੇ ਪਰ ਸੀਕਿੰਗ ਅੰਦਰੋਂ ਜਿਹੜੀ ਸੀਗੀ ਉਹ ਮੇਰੀ ਮਦਰ ਨੇ ਪਾਤੀ ਸੀਗੀ, ਰਾਈਟ? ਸੰਸਕਾਰ ਜਿਹੜੇ ਇੱਦਾਂ ਹੁੰਦੇ ਨੇ। ਸੋ ਸੀਕਿੰਗ ਨੈਵਰ ਸਟਾਪਡ, ਪਰ ਜਦੋਂ ਰਾਈਟ ਟਾਈਮ ਆਇਆ ਅਤੇ ਉਹ ਆਪਣੇ ਆਪ ਹੀ ਜੋ ਸੀਕਿੰਗ ਜ਼ਿਆਦਾ ਵੱਧ ਗਈ, ਇੰਟੈਂਸਿਟੀ ਵੱਧ ਗਈ ਅਤੇ ਮੇਰੇ ਆਸ-ਪਾਸ ਦਾ ਜਿਹੜਾ ਈਕੋ ਸਿਸਟਮ ਹੈ ਉਸ ਹਿਸਾਬ ਸਿਰ ਚੇਂਜ ਹੋਣਾ ਸ਼ੁਰੂ ਹੋਇਆ। ਜਿਹੜੇ ਮੇਰੇ ਪਹਿਲੇ ਟੀਚਰ ਸੀਗੇ, ਜਿਹੜੇ ਮੇਰੇ ਪਹਿਲੇ ਮੈਂਟਰ ਸੀਗੇ, ਉਹ ਜਿੱਦਾਂ ਮੈਂ ਕਿਹਾ ਕਿ ਮੈਂ ਸਿਸਟਰ ਨਾਲ ਗੱਲ ਕੀਤੀ ਸੀਗੀ ਅਤੇ ਮੈਂ ਘਰੇ ਆ ਕਨੈਕਟ ਕੀਤਾ ਐਂਡ ਇਟ ਹੈਪਨ। So have faith, and faith sometimes has to be fabricated in the beginning and then it happens, there's a process. But ਜੇ ਤੁਸੀਂ ਇਸ ਦੇ ਉੱਤੇ ਅੰਦਰੋਂ ਲੱਗੇ ਰਹੋਗੇ ਤੇ ਸਟਾਰਟ ਵਿਦ ਐਨੀ ਸੰਸਥਾ, ਸਟਾਰਟ ਕਿਸੇ ਨਾਲ ਵੀ ਤੁਸੀਂ ਜੁੜ ਜਾਓ ਐਂਡ ਤੁਹਾਡੇ ਅੰਦਰ ਜਿਹੜਾ ਗੁਰੂ ਤੱਤਵ ਹੈ, ਤੁਹਾਡੇ ਅੰਦਰ ਦੀ ਜਿਹੜੀ ਸੈਲਫ ਹੈ ਉਹ ਤੁਹਾਨੂੰ ਗਾਈਡ ਕਰਦੀ ਰਹੇਗੀ। ਉਹ ਤੁਹਾਨੂੰ ਕਦੀ ਉਹਦੇ 'ਤੇ ਟਰਸਟ ਕਰਨਾ ਜ਼ਿਆਦਾ ਜ਼ਰੂਰੀ ਹੈ। ਬਾਹਰ ਦੇ ਕਿਸੇ ਰਵੀ ਵਿਰਕ ਨਾਲ, ਬਾਹਰ ਦੇ ਕਿਸੇ ਆਰਟ ਆਫ ਲਿਵਿੰਗ ਨਾਲ ਉਹਦੇ 'ਤੇ ਟਰਸਟ ਕਰਨਾ ਉਹ ਬਾਅਦ ਦੀ ਗੱਲ ਹੈ। ਬਟ ਆਪਣੇ ਅੰਦਰ ਤੁਸੀਂ ਤੁਹਾਡੇ ਟਰਸਟ ਹੋਵੇ ਕਿ ਹਾਂ ਮੈਨੂੰ ਇਹ ਚੀਜ਼ ਚਾਹੀਦੀ ਹੈ, ਮੈਂ ਆਪਣੇ ਆਪ ਨੂੰ ਇਵੋਲਵ ਕਰਨਾ ਹੈ, ਮੇਰਾ ਸੈਂਸ ਆਫ ਪਰਪਸ ਹੈਗਾ, ਮੇਰੇ ਅੰਦਰ ਉਹ ਸਪਿਰਿਟ ਆਫ ਇਨਕੁਆਇਰੀ ਹੈਗੀ ਹੈ, ਮੈਂ ਜਾਣਨਾ ਚਾਹੁੰਦਾ। ਜੇ ਤੁਹਾਡੇ ਅੰਦਰ ਜਾਣਨ ਦੀ ਚਾਹ ਆ ਜਾਏਗੀ, ਜਹਾਂ ਚਾਹ ਹੈ ਵਹਾਂ ਰਾਹ ਹੈ। ਬਿਲਕੁਲ ਠੀਕ ਹੈ ਜੀ। ਮਤਲਬ ਹੈ ਤਾਂ ਆਪਣਾ ਇਹ ਟੌਪਿਕ ਕਾਫੀ ਇੰਟੈਂਸ, ਜੇ ਆਪਾਂ ਇਹਦੇ ਬਾਰੇ ਗੱਲ ਕਰਨ ਲੱਗ ਜਾਈਏ ਵੀ ਕੈਨ ਕੀਪ ਗੋਇੰਗ ਔਨ ਅਬਾਊਟ ਇਟ, ਬਟ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਐਪੀਸੋਡਸ ਵਿੱਚ ਅਸੀਂ ਇਹਨਾਂ ਦੇ ਕਾਫੀ ਐਸਪੈਕਟਸ ਕਵਰ ਕਰਾਂਗੇ ਵਿਦ ਆਰ ਓਨ ਰਵੀ ਵਿਰਕ ਜੀ, ਆਫ ਕੋਰਸ। ਜੀ ਖੈਰ ਵੀ ਆਰ ਟੁਵਰਡਸ ਦੀ ਐਂਡ ਆਫ ਆਰ ਐਪੀਸੋਡ ਟੁਡੇ। ਜੇ ਤੁਸੀਂ ਕੁਝ ਆਪਣੇ ਵੱਲੋਂ ਮੈਸੇਜ ਦੇਣਾ ਚਾਹੋ ਜਾਂ ਕੁਝ ਸਲਾਹ, ਪ੍ਰੈਕਟਿਸਿਸ ਤੁਸੀਂ ਆਪਣੀ ਆਡੀਅנס ਨੂੰ ਦੱਸਣਾ ਚਾਹੋ ਤਾਂ ਬੀ ਮਾਈ ਗੈਸਟ ਪਲੀਜ਼। ਆਈ ਥਿੰਕ ਤੁਸੀਂ ਸਮ ਅਪ ਕਰਤਾ ਕਿ ਵੀ ਅਸੀਂ ਬਾਰ-ਬਾਰ ਆਵਾਂਗੇ, ਦੇਖਾਂਗੇ, ਸੋ ਆਈ ਵਿਲ ਲਵ ਟੂ ਕਮ ਬੈਕ ਐਂਡ ਟਾਕ ਮੋਰ ਅਬਾਊਟ ਇਟ। ਪਰ ਆਈ ਥਿੰਕ ਥੋੜ੍ਹਾ ਜਿਹਾ ਅਰਲੀ ਹੈਗਾ ਕਿ ਵੀ ਅਸੀਂ ਕਿਸੇ ਦੇ ਨਾਲ ਕभी ਮੈਂ ਕਿਸੇ ਨੂੰ ਬੋਲਾਂ ਔਰ ਇੱਕਦਮ ਉਹ ਸਮਝ ਜਾਣ ਔਰ ਇੱਕਦਮ ਉਹ 'ਤੇ ਚੱਲ ਪੈਣ। ਬਟ ਮੇਰਾ ਮੈਸੇਜ ਇਹੀ ਹੈ ਕਿ ਵੀ ਜੇ ਅੰਦਰ ਤੁਹਾਡੇ ਅੰਦਰ ਜੇ ਕਿਤੇ ਕੁਝ ਸੀਕਿੰਗ ਹੈਗੀ ਹੈ ਉਹਨੂੰ ਲੱਭੋ। ਗਿਆਨ ਜਿਹੜਾ ਹੈ ਅੰਦਰ ਲੈਣ ਦੀ ਜਿਹੜੀ ਹੈ ਉਹ ਜੇ ਸਪਿਰਿਟ ਹੋਵੇ ਅਤੇ ਉਹਦੇ ਵਾਸਤੇ ਗਿਆਨ ਜਿਹੜਾ ਉਹ ਆਪਣੇ ਆਪ ਹੈਪਨ ਹੁੰਦਾ ਹੈ, ਆਪਣੇ ਆਪ ਹੀ ਨਿਕਲ ਕੇ ਆਉਂਦਾ ਹੈ। ਉਹਦੇ ਵਾਸਤੇ ਇੱਕ ਗੁਰੂ ਦਾ ਹੋਣਾ ਜ਼ਰੂਰੀ ਹੈ ਡੈਫੀਨੇਟਲੀ, ਪਰ ਤੁਹਾਡਾ ਸਿੱਸ਼ਾ ਬਣਨਾ ਪਹਿਲਾਂ ਜ਼ਿਆਦਾ ਜ਼ਰੂਰੀ ਹੈ। ਜਿੱਦਣ ਤੁਸੀਂ ਕਹੋਗੇ ਕਿ ਹਾਂ ਆਈ ਐਮ ਰੈਡੀ ਐਜ਼ ਅ ਸਿੱਸ਼ਾ, ਫਿਰ ਗੁਰੂ ਆਪਣੇ ਆਪ ਕਿਤੇ ਨਾ ਕਿਤੇ ਮੈਨੀਫੈਸਟ ਹੁੰਦਾ। ਇੱਕ ਅਧਿਕਾਰੀ ਹੋਣਾ ਗਿਆਨ ਨੂੰ ਲੈਣ ਵਾਸਤੇ, ਇੱਕ ਉਸ ਇਨਸਾਨ ਕੋਲ ਜਾਣਾ ਜਿਹਦੇ ਕੋਲ ਜੋ ਅਧਿਕਾਰੀ ਹੈ ਗਿਆਨ ਦੇਣ ਦਾ, ਲਾਈਕ ਏ ਗੁੱਡ ਟੀਚਰ, ਔਰ ਇੱਕ ਸਮਾਂ ਔਰ ਜੋ ਜਗ੍ਹਾ, ਟਾਈਮ ਐਂਡ ਪਲੇਸ ਹੈਜ਼ ਟੂ ਹੈਪਨ। ਸੋ ਜੇ ਮੈਂ ਕਿੰਨਾ ਮਰਜ਼ੀ ਅਧਿਕਾਰੀ ਹਾਂ ਅੱਜ ਗਿਆਨ ਦੇਣ ਦਾ, ਔਰ ਜਿੰਨੇ ਮਰਜ਼ੀ ਤੁਸੀਂ ਸਿੰਸੀਅਰਟੀ ਨਾਲ ਆਓ ਕਿ ਮੈਨੂੰ ਦੱਸੋ, ਦਿਸ ਮੇ ਨਾਟ ਬੀ ਦ ਰਾਈਟ ਪਲੇਸ ਐਂਡ ਟਾਈਮ, ਰਾਈਟ? ਸੋ ਫॉर दैट ਇਹ ਚਾਰ ਚੀਜ਼ਾਂ ਜਿਹੜੀਆਂ ਹੋਣੀਆਂ ਬਹੁਤ ਜ਼ਰੂਰੀ ਨੇ, ਸੋ ਦੈਟ ਦ ਰਾਈਟ ਨੌਲੇਜ ਕੈਨ ਕਮ ਆਊਟ। So be on the lookout and keep connecting with yourself.
someday you will get somewhere. ਬਿਲਕੁਲ ਬਿਲਕੁਲ ਉਮੀਦ ਤਾਂ ਅਸੀਂ ਇਹੀ ਕਰਦੇ ਹਾਂ ਕਿ ਸਾਡੇ ਨਾਲ ਨਾਲ ਸਾਡੀ ਆਡੀਅੰਸ ਵੀ ਜਿਹਨੂੰ ਵੀ ਜ਼ਰੂਰਤ ਹੈ ਉਹ ਜੀ ਪਹੁੰਚੇ ਜਿੱਥੇ ਤੱਕ ਉਹ ਪਹੁੰਚਣਾ ਚਾਹੁੰਦੇ ਹੈ। ਜੀ ਥੈਂਕ ਯੂ ਸੋ ਮਚ ਰਵੀ ਜੀ। ਅੱਜ ਤਾਂ ਸਾਡੇ ਲਈ ਬਸ ਇੰਨਾ ਕੀ ਹੈ ਗੱਲਬਾਤ ਨੂੰ, Right. ਬਟ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਆਪਾਂ ਦੁਬਾਰਾ ਫੇਰ ਜੁੜਾਂਗੇ ਐਂਡ ਨੈਕਸਟ ਟਾਈਮ ਵੀ ਆਰ ਗੋਇੰਗ ਟੂ ਸਟਾਰਟ ਡਿਸਕਸਿੰਗ ਦ ਟੌਪਿਕਸ ਇਨ ਡੈਪਥ। ਅਗਲੀ ਵਾਰੀ ਸਾਡੇ ਵਿਚਾਰ ਜਿਹੜੇ ਹੋਣਗੇ ਸਾਂਝੇ ਕੀਤੇ ਜਾਣਗੇ, ਉਹ ਥੋੜੇ ਵਿਸਥਾਰ ਵਿੱਚ ਕੀਤੇ ਜਾਣਗੇ। ਐਂਡ ਅੱਜ ਦੇ ਸਾਡੇ ਇਸ ਖਾਸ ਐਪੀਸੋਡ ਵਿੱਚ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਜੇ ਤੁਹਾਡੇ ਕੋਲੇ ਕੋਈ ਸਵਾਲ ਨੇ ਜਾਂ ਤੁਸੀਂ ਸਾਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਰਿਲੇਟਡ ਟੂ ਦਿਸ ਟੌਪਿਕ, ਤਾਂ ਸਾਨੂੰ ਸਕਰੀਨ ਤੇ ਦਿੱਤੇ ਈਮੇਲ ਤੇ ਲਿਖਣਾ ਨਾ ਭੁੱਲਿਓ। ਟਿਲ ਦੈਨ ਦੇਸ਼ ਵਿਦੇਸ਼ ਦੀਆਂ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।